ਸ਼ਿਵਲਿੰਗ ਤੇ ਸੈਯਦ ਦੀ ਪੂਜਾ। ਹਿੰਦੂ ਧਰਮ ਦੇ ਕਰਮਕਾਂਡ ਦੇ ਢੰਗ, ਜਿਨ੍ਹਾਂ ਨੂੰ ਹਿੰਦੂ ਲੋਕ ਧਰਮ ਸਮਝਦੇ ਹਨ, ਪਰ ਕਿਤਨੇ ਖੋਖਲੇ ਹਨ। ਇਹ ਕਰਮ ਕਰਕੇ ਹੀ ਸਮਝਦੇ ਹਨ ਕਿ ਸਵਰਗ ਦੀ ਪ੍ਰਾਪਤੀ ਤੇ ਮੁਕਤੀ ਹਾਸਲ ਹੋ ਜਾਂਦੀ ਹੈ। ਅਸਲ ਤੌਰ ਤੇ ਇਹ ਸ਼ਿਵਲਿੰਗ ਦੀ ਪੂਜਾ ਇਸ ਢੰਗ ਨਾਲ ਕਰਦੇ ਹਨ। ਮੰਦਰ ਵਿੱਚ ਇੱਕ ਪੱਥਰ ਦਾ ਲਿੰਗ ਬਣਾਇਆ ਹੁੰਦਾ ਹੈ। ਉਸ ਦੇ ਉੱਪਰ ਇੱਕ ਪਾਣੀ ਦਾ ਕੜਾ ਭਰ ਕੇ ਟੰਗ ਦਿੰਦੇ ਹਨ। ਕੜੇ ਦੇ ਥੱਲੇ ਬਰੀਕ ਮੋਰੀ ਕਰਕੇ ਰੂੰ ਰੱਖਿਆ ਹੁੰਦਾ ਹੈ। ਉਥੋਂ ਪਾਣੀ ਦਾ ਤੁਪਕਾ ਸ਼ਿਵਲਿੰਗ ਤੇ ਡਿੱਗ ਕੇ ਆਲੇ ਦੁਆਲੇ ਬਣੇ ਕੁੰਡ ਵਿੱਚ ਜਮ੍ਹਾਂ ਹੋ ਜਾਂਦਾ ਹੈ। ਲੋਕੀ ਇਸ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ। ਇਹ ਵੀ ਹਿੰਦੂ ਧਰਮ ਵਿੱਚ ਮੁਕਤੀ ਦਾ ਸਾਧਨ ਸਮਝਿਆ ਜਾਂਦਾ ਹੈ। ਐਸੀ ਪੂਜਾ ਕਰਨ ਨਾਲ ਮੁਕਤੀ ਨਹੀਂ ਮਿਲਦੀ। ਕੀ ਮੁਕਤੀ ਇਤਨੀ ਸਸਤੀ ਹੈ? ਕਈ ਲੋਕ ਸੈਯਦ ਦੀ ਪੂਜਾ ਕਰਦੇ ਹਨ। ਉਹ ਇਸ ਤਰ੍ਹਾਂ ਕਿ ਪਿੰਡ ਦਾ ਭਰਾਈ ਢੋਲ ਵਜਾਉਂਦਾ ਹੈ, ਸਾਰੇ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਹਨ ਤੇ ਫਿਰ ਇੱਕ ਮੜੀ ਤੇ ਜਾ ਕੇ ਸੈਯਦ ਨੂੰ ਖੁਸ਼ ਕਰਨ ਵਾਸਤੇ ਆਂਡੇ ਦੀ ਬਲੀ ਚੜਾਉਂਦੇ ਹਨ। ਰੱਬ ਦੀ ਪ੍ਰਾਪਤੀ ਵਾਸਤੇ ਇਹ ਤਰੀਕਾ ਵੀ ਆਸਾਨ ਲੱਗਾ, ਪਰ ਦਾਸ ਦਾ ਨਿਆਣਾ ਮਨ ਇਹਨਾਂ ਦੋਨਾਂ ਢੰਗਾਂ ਤੇ ਵੀ ਸੰਤੁਸ਼ਟ ਨਾ ਹੋਇਆ। ਪਹਿਲੇ ਲਿਖੇ ਵਾਂਗ ਭਾਲ ਜਾਰੀ ਰੱਖੀ, ਕਿਉਂਕਿ ਦਾਸ ਦੇ ਮਨ ਵਿੱਚ ਅਸਲੀ ਅਰਥਾਂ ਵਿੱਚ ਰੱਬ ਦੇ ਨਾਲ ਮਿਲਾਪ ਦੀ ਤਾਂਘ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਦਾਸ ਨੂੰ ਜ਼ਰੂਰ ਕੋਈ ਅਸਲੀ ਰਾਹ ਲੱਭ ਪਵੇਗਾ। ਸੋ ਗੁਰੂ ਘਰ ਨਾਲ ਸੰਪਰਕ ਹੋਣ ਨਾਲ ਗੁਰਬਾਣੀ ਦੀ ਅਗਵਾਈ ਨੇ ਦਾਸ ਦੇ ਸਭ ਸ਼ੰਕੇ ਦੂਰ ਕਰ ਦਿੱਤੇ ਅਤੇ ਤਨ ਮਨ ਹਰਿਆ ਕਰ ਦਿੱਤਾ। ਜਦੋਂ ਇਹ ਪਤਾ ਲੱਗ ਗਿਆ, ਕਾਹੂ ਲੈ ਪਾਹਨ ਪੂਜ ਧਰਿਓ, ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾ ਕੋ ਸੀਸ ਨਿਵਾਇਓ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਤਵ ਪ੍ਰਸਾਦ ਸਵਈਏ, ਪੰਨਾ ਨੰਬਰ 10। 5 ਧੂਣੀਆਂ। ਦਾਸ ਨੇ ਹਿੰਦੂ ਧਰਮ ਵਿੱਚ ਹੁੰਦੇ ਹੋਏ ਅਨੇਕਾਂ ਝਲਕੀਆਂ ਦੇਖੀਆਂ। ਉਹਨਾਂ ਵਿੱਚੋਂ 5 ਧੂਣੀਆਂ ਆਦਿ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਨੂੰ ਨਾਸ਼ ਕਰਨ ਲਈ ਕਈ ਸਾਧੂ ਜੇਠ ਮਹੀਨੇ ਵਿੱਚ ਆਪਣੇ ਦੁਆਲੇ 5 ਧੂਣੀਆਂ ਲਾਉਂਦੇ ਹਨ ਅਤੇ ਸੰਗਤਾਂ ਨੂੰ ਦੱਸਦੇ ਹਨ ਕਿ ਇਹ 5 ਧੂਣੀਆਂ ਲਗਾਉਣ ਨਾਲ ਇਹ 5 ਵਿਕਾਰ ਖਤਮ ਹੋ ਜਾਂਦੇ ਹਨ ਤੇ ਮਨ ਨਿਰਮਲ ਹੋ ਜਾਂਦਾ ਹੈ। ਫਿਰ ਧੂਣੀਆਂ ਦੇ ਅੱਗੇ ਚਾਦਰ ਵਿਛਾ ਦਿੰਦੇ ਹਨ ਤਾਂ ਕਿ ਜਿਹੜੇ ਦਰਸ਼ਨ ਕਰਨ ਆਉਂਦੇ ਹਨ ਉਹ ਮਾਇਆ ਉੱਥੇ ਚੜਾ ਸਕਣ। ਇਹ ਮਾਇਆ ਇਕੱਠੀ ਕਰਨ ਦਾ ਢੰਗ ਹੈ, ਪਰ ਧੂਣੀਆਂ ਦੇ ਸਾਹਮਣੇ ਪੈਸੇ ਇਕੱਠੇ ਕਰਨ ਲਈ ਵਿਛਾਈ ਚਾਦਰ ਨੇ ਦਾਸ ਦੇ ਮਨ ਤੇ ਉਲਟਾ ਅਸਰ ਕੀਤਾ। ਕੜਾਕੇ ਦੀ ਧੁੱਪ ਵਿੱਚ ਧੂਣੀਆਂ ਤਪਾ ਕੇ ਬੈਠਣਾ ਹੀ ਦਾਸ ਨੂੰ ਓਪਰਾ ਲੱਗਿਆ, ਪਰ ਇਸ ਪ੍ਰਪੰਚ ਰਾਹੀਂ ਮਾਇਆ ਇਕੱਠੀ ਕਰਨ ਦੇ ਢੰਗ ਨੇ ਦਾਸ ਦੇ ਮਨ ਵਿੱਚ ਉਸ ਬੰਦੇ ਨੂੰ ਬੜਾ ਹਲਕਾ ਤੇ ਠੱਗ ਦੇ ਰੂਪ ਵਿੱਚ ਪੇਸ਼ ਕੀਤਾ। ਬਲਿਹਾਰੇ ਜਾਈਏ ਗੁਰਬਾਣੀ ਦੇ, ਜੋ ਇਹਨਾਂ ਬੰਦਿਆਂ ਬਾਰੇ ਢੁਕਵੀਂ ਤਸਵੀਰ ਦਾਸ ਦੇ ਅੱਗੇ ਪੇਸ਼ ਕਰਦੀ ਹੈ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾਰੈ ਧਰਤੀ ਨਾਲ, ਆਸਾ ਦੀ ਵਾਰ। ਬਨਾਰਸ ਵਿੱਚ ਮੁਕਤੀ ਵਾਸਤੇ ਆਰਾ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲੱਖ ਜਤਨ ਕਰਾਏ। ਸੋਰਠ ਮੁਹੱਲਾ 5ਵਾਂ, ਪੰਨਾ ਨੰਬਰ 642। ਬਨਾਰਸ ਨੂੰ ਹਿੰਦੂਆਂ ਦੇ ਧਰਮ ਮੁਤਾਬਕ ਸ਼ਿਵਪੁਰੀ ਮੰਨਿਆ ਜਾਂਦਾ ਹੈ। ਬਨਾਰਸ ਦੇ ਇੱਕ ਖੂਹ ਵਿੱਚ ਆਰਾ ਲੱਗਿਆ ਹੋਇਆ ਹੈ। ਹਰ ਆਦਮੀ ਚਾਹੁੰਦਾ ਹੈ ਕਿ ਮਾਇਆ ਦੇ ਕੇ ਮੁਕਤ ਹੋ ਜਾਈਏ। ਜਿਹੜਾ ਵੀ ਅਮੀਰ ਆਦਮੀ ਮੁਕਤੀ ਦਾ ਚਾਹਵਾਨ ਇਹਨਾਂ ਚਲਾਕ ਪੰਡਤਾਂ ਕੋਲ ਪਹੁੰਚਦਾ, ਉਹ ਜਿਉਂਦਾ ਨਹੀਂ ਬਚਦਾ ਸੀ। ਇਹ ਪੰਡਤ ਇਸ ਢੰਗ ਨਾਲ ਉਪਦੇਸ਼ ਕਰਦੇ, ਅਗਰ ਤੂੰ ਮੁਕਤੀ ਚਾਹੁੰਦਾ ਹੈ ਤਾਂ ਸਭ ਕੁਝ ਤਿਆਗ ਦੇ। ਜਦੋਂ ਮਨੁੱਖ ਐਸਾ ਕਰਨ ਨੂੰ ਤਿਆਰ ਹੋ ਜਾਂਦਾ ਤਾਂ ਪੰਡਤ ਉਸ ਜਗ੍ਹਾ ਤੇ ਲੈ ਜਾਂਦੇ ਜਿੱਥੇ ਖੂਹ ਵਿੱਚ ਆਰਾ ਲੱਗਿਆ ਹੁੰਦਾ ਅਤੇ ਉਪਦੇਸ਼ ਰਾਹੀਂ ਉਸ ਆਰੇ ਉੱਪਰ ਛਾਲ ਮਾਰਨ ਨੂੰ ਕਹਿੰਦੇ। ਮੂਰਖ ਇਨਸਾਨ ਪੰਡਤਾਂ ਦੇ ਕਹੇ ਆਰੇ ਤੇ ਛਾਲ ਮਾਰ ਕੇ 2 ਫਾੜ ਹੋ ਜਾਂਦਾ ਅਤੇ ਪੰਡਤ ਉਸ ਦਾ ਸਭ ਕੁਝ ਸਾਂਭ ਲੈਂਦੇ। ਇਹ ਠੱਗੀ ਕਈ ਸਾਲ ਚੱਲਦੀ ਰਹੀ। ਕੁਦਰਤ ਦਾ ਐਸਾ ਭਾਣਾ ਵਰਤਿਆ ਕਿ ਇੱਕ ਪ੍ਰਾਣੀ ਭੂਤ ਬਣ ਗਿਆ। ਜਿਸ ਪੰਡਤ ਨੇ ਉਸ ਨੂੰ ਲੁੱਟਿਆ ਸੀ, ਉਸ ਨੂੰ ਤੰਗ ਕਰਨ ਲੱਗਾ ਤੇ ਕਹਿਣ ਲੱਗਾ, ਮੈਂ ਤੇਰੇ ਕੋਲ ਮੁਕਤੀ ਲਈ ਆਇਆ ਸੀ, ਤੂੰ ਮੈਨੂੰ ਭੂਤ ਬਣਾ ਦਿੱਤਾ, ਹੁਣ ਮੈਂ ਤੈਨੂੰ ਮੁਕਤ ਕਰਾਂਗਾ। ਇਹ ਸੁਣ ਕੇ ਪੰਡਤ ਡਰ ਗਿਆ ਤੇ ਆਪਣੇ ਸਾਥੀਆਂ ਨੂੰ ਸਾਰਾ ਹਾਲ ਦੱਸਿਆ।
ਇੱਕ ਦਿਨ ਭੂਤ ਨੇ ਗੁੱਸੇ ਵਿੱਚ ਆ ਕੇ ਪੰਡਤ ਨੂੰ ਆਰੇ ਵਿੱਚ ਸੁੱਟ ਦਿੱਤਾ। ਇਹ ਦੇਖ ਕੇ ਸਾਰੇ ਪੰਡਤ ਡਰ ਗਏ ਤੇ ਸਲਾਹ ਕੀਤੀ ਕਿ ਸਾਨੂੰ ਹੁਣ ਐਸਾ ਕੰਮ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਸਾਡਾ ਵੀ ਇਹੀ ਹਾਲ ਹੋਵੇਗਾ। ਫਿਰ ਪੰਡਤਾਂ ਨੇ ਐਸੀ ਠੱਗੀ ਕਰਨ ਤੋਂ ਸੰਕੋਚ ਕਰਨਾ ਆਰੰਭ ਕਰ ਦਿੱਤਾ। ਗਊ ਦਾਨ। ਸਾਡੇ ਘਰ ਦੇ ਨੇੜੇ ਇੱਕ ਮਾਈ ਸਖਤ ਬਿਮਾਰ ਸੀ। ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ। ਘਰ ਵਾਲਿਆਂ ਨੇ ਸੋਚਿਆ ਮਾਈ ਹੁਣ ਨਹੀਂ ਬਚੇਗੀ। ਉਹਨਾਂ ਨੇ ਪੰਡਤ ਨੂੰ ਪੁੱਛਿਆ, ਇਸ ਦੀ ਮੁਕਤੀ ਕਿਵੇਂ ਹੋਵੇਗੀ? ਪੰਡਤ ਨੇ ਦੱਸਿਆ ਕਿ ਅਗਰ ਸੰਸਾਰ ਤੋਂ ਮੁਕਤ ਕਰਵਾਉਣਾ ਹੈ ਤਾਂ ਗਊ ਦਾਨ ਕੀਤੀ ਜਾਵੇ। ਮਾਈ ਗਊ ਦੀ ਪੂੰਛ ਫੜ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗੀ। ਘਰ ਵਾਲਿਆਂ ਨੇ ਇੱਕ ਗਾਂ ਖਰੀਦ ਕੇ ਲਿਆਂਦੀ ਤੇ ਪੰਡਤ ਨੂੰ ਬੁਲਾ ਲਿਆ। ਪੰਡਤ ਨੇ ਕਿਹਾ, ਗਾਂ ਨੂੰ ਇਸ਼ਨਾਨ ਕਰਵਾ ਕੇ ਮਾਈ ਕੋਲ ਲੈ ਆਵੋ। ਜਿਸ ਵੇਲੇ ਗਾਂ ਨੂੰ ਮਾਈ ਦੇ ਕੋਲ ਲੈ ਕੇ ਆਏ ਤਾਂ ਪੰਡਤ ਗਾਇਤਰੀ ਮੰਤਰ ਪੜਨ ਲੱਗਾ। ਮੰਜੇ ਦੇ ਲਾਗੇ ਘਰ ਵਾਲੇ ਤੇ ਆਂਢ ਗੁਆਂਢ ਦੇ ਲੋਕ ਬੈਠੇ ਸਨ। ਗਾਂ ਥੋੜੀ ਮਾਰ ਖੋਰੀ ਸੀ। ਜਿਸ ਵਕਤ ਮਾਈ ਦਾ ਲੜਕਾ ਪੂੰਛ ਫੜਾਉਣ ਲੱਗਾ, ਗਾਂ ਡਰ ਗਈ। ਗਾਂ ਨੇ ਜ਼ੋਰ ਨਾਲ ਲੱਤ ਮਾਰੀ। ਲੜਕੇ ਦੀਆਂ ਚੀਕਾਂ ਨਿਕਲ ਗਈਆਂ। ਉਹ ਵਿਚਾਰਾ ਮਸੀਂ ਮਰਨੋਂ ਬਚਿਆ। ਲੋਕਾਂ ਨੇ ਸਮਝਿਆ ਕਿ ਮਾਈ ਗੁਜ਼ਰ ਗਈ ਹੈ। ਪਰਿਵਾਰ ਦੇ ਲੋਕ ਰੋਣ ਲੱਗ ਪਏ। ਮਾਈ ਨੇ ਦੇਖਿਆ ਮੈਨੂੰ ਜਿਉਂਦੀ ਨੂੰ ਰੋਣ ਲੱਗ ਪਏ ਤਾਂ ਉਹ ਉੱਠ ਕੇ ਬੈਠ ਗਈ ਤੇ ਕਿਹਾ, ਮੈਂ ਤਾਂ ਹਾਲੇ ਜਿਉਂਦੀ ਹਾਂ, ਤੁਸੀਂ ਪਹਿਲਾਂ ਹੀ ਰੋਣ ਲੱਗ ਪਏ ਹੋ। ਮੈਂ ਵੀ ਉਸ ਵਕਤ ਸਾਰਾ ਖੇਲ ਦੇਖ ਰਿਹਾ ਸੀ। ਸੋਚਿਆ ਗਾਂ ਦੀ ਪੂੰਛ ਫੜ ਕੇ ਕਿਵੇਂ ਮੁਕਤੀ ਪ੍ਰਾਪਤ ਹੋ ਸਕਦੀ ਹੈ। 84 ਲੱਖ ਜੂਨਾਂ ਵਿੱਚੋਂ ਮਨੁੱਖ ਦੀ ਜੂਨ ਸਭ ਤੋਂ ਉੱਤਮ ਹੈ। ਇਨਸਾਨ ਸੇਵਾ, ਸਿਮਰਨ ਤੇ ਪਾਠ ਪੂਜਾ ਕਰਕੇ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਪਸ਼ੂ ਨੂੰ ਤਾਂ ਇਹ ਕੋਈ ਸੋਝੀ ਨਹੀਂ, ਫਿਰ ਬੰਦੇ ਨੂੰ ਕਿਸ ਤਰ੍ਹਾਂ ਪਾਰ ਲੰਘਾਏਗਾ? ਅੱਜ ਕੱਲ ਇਨਸਾਨ ਆਪ ਤਾਂ ਕੁਝ ਨਹੀਂ ਕਰਦਾ, ਸੌਖਾ ਤਰੀਕਾ ਲੱਭਦਾ ਹੈ ਕਿ ਕੀਤਾ ਕਰਾਇਆ ਸਭ ਕੁਝ ਮਿਲ ਜਾਵੇ ਤੇ ਮੁਕਤੀ ਹੋ ਜਾਵੇ। ਸੋ ਜੂਨਾਂ ਦੇ ਸਰਦਾਰ, ਜੇ ਮੁਕਤੀ ਚਾਹੁੰਦਾ ਹੈ ਤਾਂ ਪਰਮਾਤਮਾ ਦਾ ਸਿਮਰਨ ਤੇ ਸੇਵਾ ਕਰ। ਇਸੇ ਵਿੱਚ ਤੇਰਾ ਭਲਾ ਹੈ ਅਤੇ ਮੁਕਤੀ ਪ੍ਰਾਪਤ ਹੋਵੇਗੀ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਗ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਆਸਾ ਮਹੱਲਾ ਪੰਜਵਾਂ, ਪੰਨਾ ਨੰਬਰ 12। ਪੰਜਵੇਂ ਪਾਤਸ਼ਾਹ ਫਰਮਾ ਰਹੇ ਹਨ, ਹੇ ਜੀਵ, ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਸ ਜਨਮ ਵਿੱਚ ਨਾਮ ਜਪ ਕੇ ਆਪਣਾ ਜਨਮ ਸਫਲਾ ਕਰ। ਮਹਾਦੇਵ ਦੀ ਮੂਰਤੀ ਦਾ ਇਸ਼ਨਾਨ। ਕਈ ਪ੍ਰੇਮੀ ਮੁਕਤੀ ਦੀ ਪ੍ਰਾਪਤੀ ਲਈ ਹਰਿਦੁਆਰ ਜਾਂਦੇ ਹਨ। ਬ੍ਰਾਹਮਣ ਲੋਕ ਪ੍ਰੇਮੀਆਂ ਨੂੰ ਇਸ ਢੰਗ ਨਾਲ ਪ੍ਰੇਰਨਾ ਕਰਦੇ ਹਨ ਕਿ ਅਗਰ ਕੋਈ ਵੀ ਗੰਗਾ ਜਲ ਦੇ ਨਾਲ ਮਹਾਦੇਵ ਦੀ ਮੂਰਤੀ ਨੂੰ ਇਸ਼ਨਾਨ ਕਰਵਾਏਗਾ ਤੇ ਪੁੰਨਦਾਨ ਕਰੇਗਾ ਤਾਂ ਉਸ ਦੀ ਮੁਕਤੀ ਹੋ ਜਾਵੇਗੀ। ਪਰ ਸ਼ਰਤ ਇਹ ਹੈ ਕਿ ਜਿੱਥੇ ਗੰਗਾ ਵਹਿੰਦੀ ਹੋਵੇ, ਜਾਨੀ ਕਿ ਹਰਿਦੁਆਰ ਤੋਂ ਪੈਦਲ ਜਲ ਲਿਜਾ ਕੇ ਇਸ਼ਨਾਨ ਕਰਾਵੇ। ਜਲ ਲਿਜਾਂਦੇ ਵਕਤ ਥੱਲੇ ਨਹੀਂ ਰੱਖਣਾ। ਇਸ ਪ੍ਰਕਾਰ ਦੋ ਆਦਮੀ ਸੇਵਾ ਕਰਦੇ ਸਨ। ਜਦੋਂ ਇੱਕ ਆਦਮੀ ਥੱਕ ਜਾਵੇ ਤਾਂ ਦੂਸਰਾ ਚੁੱਕ ਲੈਂਦਾ ਸੀ। ਇਸ ਤਰ੍ਹਾਂ ਜਲ ਜ਼ਮੀਨ ਤੇ ਨਹੀਂ ਰੱਖਿਆ ਜਾਂਦਾ। ਕਈ ਪ੍ਰੇਮੀ ਇਹ ਸੇਵਾ ਹਰ ਸਾਲ ਕਰਦੇ ਹਨ। ਕਈ ਭਗਤ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਮਥੁਰਾ ਜਾਂਦੇ ਹਨ। ਜਦੋਂ ਜਾਣ ਦਾ ਸੰਕਲਪ ਕਰਦੇ ਹਨ ਤਾਂ ਆਪਣੇ ਪਿੰਡ ਤੋਂ ਮਥੁਰਾ ਤੱਕ ਲੰਮੇ ਪੈ ਪੈ ਕੇ ਜਾਂਦੇ ਹਨ। ਇਸ ਤਰ੍ਹਾਂ ਯਾਤਰਾ ਕਰਨ ਨਾਲ ਕਈ ਸਾਲ ਲੱਗ ਜਾਂਦੇ ਹਨ। ਡੰਡੋਤ ਬੰਦਨਾ ਕਰਦੇ ਜਾਂਦੇ ਹਨ ਅਤੇ ਕ੍ਰਿਸ਼ਨ ਭਗਵਾਨ ਤੋਂ ਮੁਕਤੀ ਮੰਗਦੇ ਹਨ। ਇਸ ਤਰ੍ਹਾਂ ਕਰਨ ਨਾਲ ਮੁਕਤੀ ਨਹੀਂ ਮਿਲਦੀ, ਪਰ ਫਲ ਜ਼ਰੂਰ ਮਿਲੇਗਾ। ਸਰੀਰ ਨੂੰ ਅਗਲੇ ਜਨਮ ਵਿੱਚ ਸੁੱਖ ਜ਼ਰੂਰ ਮਿਲੇਗਾ। ਮੰਜਾ ਦਾਨ। 12 ਕੁ ਸਾਲ ਦਾ ਹੋਇਆ ਤਾਂ ਅਚਾਨਕ ਮੇਰੀ ਦਾਦੀ ਦੀ ਮੌਤ ਹੋ ਗਈ। ਮੈਂ ਤੇ ਮੇਰੀ ਮਾਤਾ ਜੀ ਅਸਥੀਆਂ ਲੈ ਕੇ ਹਰਿਦੁਆਰ ਗਏ। ਪਿਤਾ ਜੀ ਕੰਮਕਾਰ ਕਰਕੇ ਨਹੀਂ ਜਾ ਸਕੇ। ਮੈਨੂੰ ਮਾਤਾ ਜੀ ਦੇ ਨਾਲ ਜਾਣਾ ਪਿਆ। ਅਸੀਂ ਇੱਕ ਪੰਡਤ ਕੋਲ ਠਹਿਰੇ। ਉਸਨੇ ਸਾਰੀ ਵਿਧੀ ਦੱਸ ਦਿੱਤੀ ਤੇ ਕਿਹਾ, ਅਸਥੀਆਂ ਪਾਉਣ ਤੋਂ ਪਹਿਲਾਂ ਲੜਕੇ ਦਾ ਸਿਰ ਮੁੰਡਨ ਕਰਵਾਓ। ਸਿਰਫ ਇੱਕ ਬੋਦੀ ਰੱਖਣੀ ਹੈ, ਫਿਰ ਇਹ ਅਸਥੀਆਂ ਗੰਗਾ ਵਿੱਚ ਪਾ ਸਕਦਾ ਹੈ। ਉੱਥੇ ਕੋਲ ਹੀ ਨਾਈ ਬੈਠਾ ਸੀ। ਮੈਂ ਬੋਦੀ ਰੱਖਣ ਦੇ ਹੱਕ ਵਿੱਚ ਨਹੀਂ ਸੀ। ਮੇਰੀ ਕਾਫੀ ਬਹਿਸ ਹੋਈ। ਮੈਂ ਕਿਹਾ, ਬੋਦੀ ਰੱਖਣੀ ਕਿਉਂ ਜ਼ਰੂਰੀ ਹੈ? ਉਸਨੇ ਕਿਹਾ, ਤੁਸੀਂ ਪੰਡਤ ਹੋ,
ਤੁਹਾਨੂੰ ਬੋਧੀ ਰੱਖਣ ਨਾਲ ਸਤਿਕਾਰ ਮਿਲਦਾ ਹੈ। ਜਦੋਂ ਧਰਮਰਾਜ ਕੋਲ ਜਾਂਦੇ ਹਨ, ਉਹ ਨਾਰਦ ਮੁਨੀ ਦੇ ਸੇਵਕ ਜਾਣ ਕੇ ਸੁਰਗਾਂ ਵਿੱਚ ਭੇਜ ਦਿੰਦਾ ਹੈ। ਇਸ ਕਰਕੇ ਜ਼ਰੂਰੀ ਹੈ। ਤੇ ਨਾਈ ਨੇ ਮੇਰਾ ਸਿਰ ਮੁੰਨ ਕੇ ਬੋਧੀ ਰੱਖ ਦਿੱਤੀ। ਜਦੋਂ ਨਾਈ ਨੇ ਸ਼ੀਸ਼ਾ ਦਿਖਾਇਆ ਤਾਂ ਮੈਨੂੰ ਆਪਣੀ ਸ਼ਕਲ ਬਹੁਤ ਭੈੜੀ ਦਿਖਾਈ ਦਿੱਤੀ। ਮੈਂ ਬਾਹਰ ਜਾ ਕੇ ਟੋਪੀ ਖਰੀਦ ਕੇ ਸਿਰ ਉੱਤੇ ਰੱਖ ਲਈ। ਜਦ ਅਸਥੀਆਂ ਪਾਉਣ ਲੱਗੇ ਤਾਂ ਪੰਡਤ ਮੰਤਰ ਪੜਨ ਲੱਗਾ। ਬਾਅਦ ਵਿੱਚ ਕਹਿੰਦਾ 5 ਰੁਪਏ ਦਿਓ, ਜੋ ਕਿ ਉਸ ਵਕਤ ਖਾਸ ਕੀਮਤ ਰੱਖਦੇ ਸਨ। ਫਿਰ ਉਸਨੇ ਕਿਹਾ ਮੰਜਾ ਦਾਨ ਕਰਨਾ ਵੀ ਜ਼ਰੂਰੀ ਹੈ। ਮਾਈ ਨੂੰ ਸੌਣ ਵਾਸਤੇ ਮੰਜਾ ਤੇ ਬਿਸਤਰਾ ਚਾਹੀਦਾ ਹੈ। ਇਹ ਮੰਜਾ ਖਰੀਦ ਕੇ ਮਾਈ ਵਾਸਤੇ ਦਾਨ ਕਰੋ। ਜਿਹੜਾ ਉਸ ਦੇ ਕੋਲ ਹੀ ਪਿਆ ਸੀ, ਅਸੀਂ ਉਸ ਦੇ ਪੈਸੇ ਦੇ ਦਿੱਤੇ। ਉਸਨੇ ਮਾਈ ਵਾਸਤੇ ਪ੍ਰਾਰਥਨਾ ਕੀਤੀ ਕਿ ਉਹ ਮੁਕਤ ਹੋ ਜਾਵੇ। ਥੋੜੇ ਚਿਰ ਬਾਅਦ ਇੱਕ ਹੋਰ ਪਰਿਵਾਰ ਆ ਗਿਆ। ਉਸ ਪੰਡਤ ਨੇ ਉਹਨਾਂ ਕੋਲੋਂ ਵੀ ਇਸੇ ਤਰ੍ਹਾਂ ਪੂਜਾ ਕਰਵਾਈ। ਉਹਨਾਂ ਨੂੰ ਵੀ ਕਿਹਾ ਮੰਜਾ ਦਾਨ ਕਰੋ। ਅਸੀਂ ਦੇਖਿਆ ਕਿ ਇੱਕ ਮੰਜਾ ਹੈ, ਹਰੇਕ ਕੋਲੋਂ ਪੈਸੇ ਲਈ ਜਾਂਦਾ ਹੈ। ਅੱਗੇ ਜਾ ਕੇ ਕਿਸ ਨੂੰ ਮਿਲੇਗਾ? ਝਗੜਾ ਹੀ ਹੋਵੇਗਾ। ਸਵੇਰ ਦੇ ਪਤਾ ਨਹੀਂ ਕਿੰਨੇ ਲੋਕਾਂ ਕੋਲੋਂ ਮੰਜਾ ਦਾਨ ਕਰਵਾ ਚੁੱਕਾ ਹੈ। ਇਹ ਵੀ ਇੱਕ ਪਖੰਡ ਹੈ। ਸਿੱਖ ਧਰਮ ਵਿੱਚ ਵੀ ਇਸੇ ਤਰ੍ਹਾਂ ਹੋਣ ਲੱਗ ਪਿਆ ਹੈ, ਜਿਸ ਨੂੰ ਠੱਲ ਪਾਉਣ ਦੀ ਜ਼ਰੂਰਤ ਹੈ। ਪੰਡਤਾਂ ਨੇ ਆਪਣੀ ਰੋਜ਼ੀ ਕਮਾਉਣ ਵਾਸਤੇ ਕਈ ਰੀਤੀ ਰਿਵਾਜ ਸ਼ੁਰੂ ਕੀਤੇ, ਜਿਸ ਤਰ੍ਹਾਂ ਸਰਾਧ, ਮੰਜਾ ਦਾਨ, ਰਜਾਈ ਦਾਨ, ਬਰਤਨ ਦਾਨ, ਗਊ ਦਾਨ, ਮਾਇਆ ਦਾਨ ਆਦਿਕ। ਇਹਨਾਂ ਦਾ ਉਪਦੇਸ਼ ਸੀ ਕਿ ਜਦੋਂ ਕੋਈ ਪ੍ਰਾਣੀ ਗੁਜ਼ਰ ਜਾਵੇ ਤਾਂ ਉਸ ਨੂੰ ਅੱਗੇ ਜਾ ਕੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਸਿੱਖ ਵੀ ਇਸੇ ਰਸਤੇ ਤੇ ਤੁਰ ਪਏ ਹਨ। ਪੰਡਤ ਤਾਂ ਆਪ ਮੰਗਦੇ ਹਨ ਕਿ ਸਾਨੂੰ ਦਾਨ ਦਿਓ, ਪਰ ਸਿੱਖ ਤਾਂ ਆਪ ਹੀ ਵਸਤੂ ਚੜਾਉਂਦੇ ਹਨ। ਫਿਰ ਪੰਡਤਾਂ ਤੇ ਸਿੱਖਾਂ ਵਿੱਚ ਕੀ ਫਰਕ ਹੋਇਆ? ਕਿ ਇਹ ਸਭ ਵਸਤੂ ਅੱਗੇ ਜਾ ਕੇ ਪ੍ਰਾਣੀ ਨੂੰ ਮਿਲਣਗੀਆਂ? ਕਦੇ ਵੀ ਨਹੀਂ। ਜਿਸ ਇਨਸਾਨ ਨੇ ਕਦੇ ਆਪਣੇ ਹੱਥੀਂ ਦਾਨ ਪੁੰਨ ਨਹੀਂ ਕੀਤਾ, ਉਸ ਨੂੰ ਅੱਗੇ ਜਾ ਕੇ ਕੀ ਫਲ ਮਿਲੇਗਾ? ਅਗਰ ਕਿਸੇ ਨੇ ਚੰਗੇ ਕੰਮ ਨਹੀਂ ਕੀਤੇ, ਨਾਮ ਨਹੀਂ ਜਪਿਆ, ਦਾਨ ਪੁੰਨ ਨਹੀਂ ਕੀਤਾ, ਜੇ ਧਰਮਰਾਜ ਨੇ ਉਸ ਪ੍ਰਾਣੀ ਨੂੰ 84 ਲੱਖ ਜੂਨਾਂ ਦੇ ਗੇੜ ਵਿੱਚ ਪਾ ਦਿੱਤਾ, ਤਾਂ ਤੁਹਾਡੇ ਦਾਨ ਪੁੰਨ ਦਾ ਜੀਵ ਨੂੰ ਕੀ ਸੁੱਖ ਮਿਲੇਗਾ? ਜਿਸ ਤਰ੍ਹਾਂ 42 ਲੱਖ ਜੂਨਾਂ ਪਾਣੀ ਦੇ ਅੰਦਰ ਹਨ, ਨਾ ਉਹਨਾਂ ਨੂੰ ਰਜ਼ਾਈ ਦੀ ਲੋੜ ਹੈ, ਨਾ ਬਰਤਨ ਅਤੇ ਨਾ ਹੀ ਮਾਇਆ ਦੀ ਲੋੜ ਹੈ। ਫਿਰ ਇਹਨਾਂ ਦਿੱਤੀਆਂ ਚੀਜ਼ਾਂ ਦਾ ਕੀ ਲਾਭ ਪ੍ਰਾਪਤ ਹੋਵੇਗਾ? ਇਨਸਾਨ ਦੀ ਜੂਨ ਤੋਂ ਇਲਾਵਾ ਹੋਰ ਕਿਸੇ ਜੂਨ ਵਿੱਚ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਅਗਰ ਕਿਸੇ ਪ੍ਰਾਣੀ ਨੇ ਦਾਨ ਪੁੰਨ ਨਹੀਂ ਕੀਤਾ, ਕੋਈ ਚੰਗਾ ਕੰਮ ਨਹੀਂ ਕੀਤਾ, ਕਿਸੇ ਫਲ ਕਰਕੇ ਮਨੁੱਖਾ ਜਨਮ ਮਿਲ ਹੀ ਜਾਵੇ, ਤਾਂ ਉਸ ਨੂੰ ਗਰੀਬ ਘਰ ਹੀ ਜਨਮ ਮਿਲੇਗਾ। ਹੁਣ ਜਿਹੜਾ ਪ੍ਰਾਣੀ ਦੇ ਮਰਨ ਤੋਂ ਬਾਅਦ ਉਸ ਦੇ ਨਿਮਿਤ ਦਾਨ ਪੁੰਨ ਕਰਦਾ ਹੈ, ਉਸ ਦਾ ਫਲ ਪਰਿਵਾਰ ਨੂੰ ਮਿਲੇਗਾ, ਨਾ ਕਿ ਜਿਸ ਵਾਸਤੇ ਕੀਤਾ, ਕਿਉਂਕਿ ਪਰਿਵਾਰ ਨੇ ਆਪਣੇ ਹੱਥੀਂ ਦਾਨ ਕੀਤਾ ਹੈ। ਜਿਸ ਤਰ੍ਹਾਂ ਪੰਡਤਾਂ ਨੇ ਲੋਕਾਂ ਨੂੰ ਵਹਿਮ ਪਾਇਆ ਹੋਇਆ ਹੈ ਕਿ ਜੇ ਅਸਥੀਆਂ ਹਰਿਦੁਆਰ ਜਾ ਕੇ ਪਾਓ ਤਾਂ ਪ੍ਰਾਣੀ ਮੁਕਤ ਹੋ ਜਾਵੇਗਾ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਣੀ ਬਾਣੀ ਵਿੱਚ ਫਰਮਾ ਰਹੇ ਹਨ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਸੁਖਮਨੀ ਸਾਹਿਬ। ਭਾਵ ਕਿ ਨਾਮ ਜਪੇ ਤੋਂ ਬਗੈਰ ਮੁਕਤੀ ਦਾ ਕੋਈ ਸਾਧਨ ਨਹੀਂ ਹੈ। ਧਰਮਰਾਜ ਗੋਬਿੰਦ ਭਜਨ ਦੇ ਸਿਮਰਨ ਤੋਂ ਬਿਨਾਂ ਹੋਰ ਕਰਮਾਂ ਧਰਮਾਂ ਨੂੰ ਤਿਲ ਜਿੰਨਾ ਵੀ ਨਹੀਂ ਮੰਨਦਾ। ਗੁਰਸਿੱਖ ਵੀ ਪੰਡਤਾਂ ਵਾਂਗ ਹੀ ਕਰਦੇ ਹਨ ਕਿ ਅਸਥੀਆਂ ਪਤਾਲਪੁਰੀ ਜਾ ਕੇ ਹੀ ਪਾਉਣੀਆਂ ਹਨ। ਕਈ ਐਸੇ ਪ੍ਰਾਣੀ ਹਨ, ਉਹ ਕਦੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਨਹੀਂ ਗਏ ਤੇ ਉਸ ਦੀਆਂ ਅਸਥੀਆਂ ਉੱਥੇ ਪਾ ਕੇ ਕੋਈ ਫਲ ਮਿਲੇਗਾ? ਨਹੀਂ, ਉਸ ਨੂੰ ਕੋਈ ਫਲ ਨਹੀਂ ਮਿਲੇਗਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਅਸਥੀਆਂ ਪਤਾਲਪੁਰੀ ਜਾ ਕੇ ਹੀ ਪਾਉਣੀਆਂ ਹਨ। ਤੁਸੀਂ ਕਿਤੇ ਵੀ ਚਲਦੇ ਪਾਣੀ ਵਿੱਚ ਪਾ ਸਕਦੇ ਹੋ। ਹਾਂ, ਜੇ ਗੁਰਦੁਆਰੇ ਗਏ ਤਾਂ ਜਿਹੜਾ ਪ੍ਰਾਣੀ ਲੈ ਕੇ ਜਾਂਦਾ ਹੈ ਉਸ ਦਾ ਭਲਾ ਜ਼ਰੂਰ ਹੋ ਜਾਂਦਾ ਹੈ, ਕਿਉਂਕਿ ਉਸ ਨੇ ਗੁਰਦੁਆਰੇ ਅੰਦਰ ਜਾ ਕੇ ਮੱਥਾ ਟੇਕਿਆ, ਚੱਲ ਕੇ ਗੁਰਦੁਆਰੇ ਗਿਆ, ਉਸ ਦਾ ਫਲ ਉਸ ਨੂੰ ਜ਼ਰੂਰ ਮਿਲੇਗਾ। ਵਿਛੜੀ ਆਤਮਾ ਨੂੰ ਤਾਂ ਜੋ ਕੁਝ ਉਸਨੇ ਆਪਣੇ ਹੱਥੀਂ ਦਾਨ ਪੁੰਨ ਕੀਤਾ ਉਹੀ ਸਹਾਈ ਹੋਵੇਗਾ। ਗੁਰਸਿੱਖਾਂ ਨੂੰ ਸਮਝਣਾ ਚਾਹੀਦਾ ਹੈ, ਸਾਡੇ ਅੰਦਰ ਹਿੰਦੂ ਮਤ ਨਹੀਂ ਆ ਗਈ। ਸਤਿਗੁਰੂ ਜੀ ਨੇ ਇਹਨਾਂ ਸਾਰੇ ਪਖੰਡਾਂ ਦਾ ਖੰਡਨ ਕੀਤਾ ਸੀ, ਪਰ ਗੁਰਸਿੱਖਾਂ ਨੇ ਸਤਿਗੁਰੂ ਜੀ ਦੇ ਬਚਨਾਂ ਉੱਪਰ ਕੋਈ ਅਮਲ ਨਹੀਂ ਕੀਤਾ। ਇਸੇ ਤਰ੍ਹਾਂ ਜਿਹੜੇ ਪਾਠ ਕਰਾਉਣ ਵਾਸਤੇ ਪੈਸੇ ਭੇਜਦੇ ਹਨ, ਉਹਨਾਂ ਦੀ ਮਾਇਆ ਤਾਂ ਸਫਲ ਹੋ ਜਾਂਦੀ ਹੈ, ਪਰ ਪਾਠ ਕਰਾਉਣ ਦਾ ਪੂਰਾ ਫਲ ਨਹੀਂ ਮਿਲਦਾ, ਕਿਉਂਕਿ ਪਾਠ ਸੁਣਿਆ ਤਾਂ ਹੈ ਹੀ ਨਹੀਂ। ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਾਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤਨਾਸਰੀ ਮਹੱਲਾ ਚੌਥਾ, ਪੰਨਾ ਨੰਬਰ 669। ਕਈ ਗੁਰਸਿੱਖ ਘਰ ਵਿੱਚ ਪਾਠ ਰਖਾ ਲੈਂਦੇ ਹਨ, ਪਰ ਕੋਈ ਸੁਣਦਾ ਹੀ ਨਹੀਂ। ਬੀਬੀਆਂ ਲੰਗਰ ਬਣਾਉਣ ਵਿੱਚ ਰੁੱਝੀਆਂ ਰਹਿੰਦੀਆਂ ਹਨ ਅਤੇ ਬਾਣੀ ਸੁਣਨ ਵਾਸਤੇ ਸਮਾਂ ਨਹੀਂ ਹੁੰਦਾ।
ਜਦੋਂ ਤੁਸੀਂ ਬਾਣੀ ਸੁਣੀ ਹੀ ਨਹੀਂ ਤਾਂ ਇਸ ਦਾ ਫਲ ਤੁਹਾਨੂੰ ਕੀ ਮਿਲੇਗਾ? ਹਾਂ, ਸੇਵਾ ਦਾ ਫਲ ਜ਼ਰੂਰ ਮਿਲੇਗਾ, ਪਰ ਬਾਣੀ ਸੁਣਨ ਦੀ ਮਹਾਨਤਾ ਜੋ ਸਭ ਤੋਂ ਉੱਤਮ ਹੈ ਉਹ ਨਹੀਂ ਮਿਲੇਗੀ। ਅਗਰ ਘਰ ਵਿੱਚ ਪਾਠ ਕਰਾਓ ਤਾਂ ਜਿੰਨਾ ਹੋ ਸਕੇ ਜ਼ਰੂਰ ਸੁਣਨ ਦੀ ਕੋਸ਼ਿਸ਼ ਕਰੋ। ਡੈਨਮਾਰਕ ਵਿੱਚ ਸਿੱਖ ਫੁਲਵਾੜੀ ਦੀ ਸੰਭਾਲ, ਛੋਟੇ-ਛੋਟੇ ਆਪਣੇ ਸਿੱਖੀ ਸਰੂਪ ਵਿੱਚ। ਹੰਸਲੋ ਲੰਡਨ ਵਿਖੇ ਇੰਡੀਆ ਤੋਂ ਆਏ ਗੁਰਸਿੱਖਾਂ ਦੇ ਨਾਲ ਦਾਸ, ਭਾਈ ਭੁਪਿੰਦਰ ਸਿੰਘ, ਬੀਬੀ ਭੁਪਿੰਦਰ ਕੌਰ, ਭਾਈ ਪੂਰਨ ਸਿੰਘ, ਭਾਈ ਹਰਵਿੰਦਰ ਸਿੰਘ ਅਤੇ ਬੀਬੀ ਕੁਲਵੰਤ ਕੌਰ। ਮਹਾਰਾਜ ਦੇ ਦਰਸ਼ਨ ਦੇਣ ਤੋਂ ਪਹਿਲਾਂ ਦਾਸ ਪੁਰਾਣੇ ਰੂਪ ਵਿੱਚ ਬੀਬੀ ਡਲੀਆ ਦੇ ਨਾਲ ਪੈਰਿਸ ਵਿਖੇ। ਬੀਬੀ ਡਲੀਆ ਦੇ ਇਜ਼ਰਾਈਲ ਜਾਣ ਵੇਲੇ ਦੀ ਫੋਟੋ ਜਦੋਂ ਸਿੱਖੀ ਸਰੂਪ ਵਿੱਚ ਆ ਚੁੱਕਾ ਸੀ। ਅੰਮ੍ਰਿਤ ਦੇ ਸਮੇਂ ਸ਼੍ਰੀ ਅਨੰਦਪੁਰ ਵਿਖੇ ਕਾਰ ਸੇਵਾ ਕਰਵਾਉਣ ਵਾਲੇ ਸੰਤ ਬਾਬਾ ਲਾਭ ਸਿੰਘ ਜੀ ਡਰਬੀ ਵਿਖੇ, ਉਹਨਾਂ ਦੇ ਨਾਲ ਖੱਬਿਓਂ ਸੱਜੇ ਸਰਦਾਰ ਰਜਿੰਦਰ ਸਿੰਘ ਪੁਰੇਵਾਲ, ਬੀਬੀ ਜਸਵੀਰ ਕੌਰ ਪੁਰੇਵਾਲ, ਪੰਜਾਬ ਟਾਈਮਸ ਇੰਟਰਨੈਸ਼ਨਲ ਦੇ ਮਾਲਕ, ਦਾਸ ਰਾਮਾ ਸਿੰਘ, ਭਾਈ ਭਾਖਰ ਸਿੰਘ, ਬਾਬਾ ਲਾਭ ਸਿੰਘ ਜੀ, ਭਾਈ ਜਗਤਾਰ ਸਿੰਘ, ਭਾਈ ਵਾਹਿਗੁਰੂ ਸਿੰਘ ਅਤੇ ਭਾਈ ਮਲਕੀਤ ਸਿੰਘ। ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਦਾਨ ਸਿੰਘ ਜੀ। ਸ਼੍ਰੀ ਨੰਦੇੜ ਸਾਹਿਬ ਵਿਖੇ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਜਦੋਂ ਇੰਗਲੈਂਡ ਵਿਖੇ ਸੇਵਾ ਲਈ ਆਏ। ਖੱਬਿਓਂ ਸੱਜੇ ਭਾਈ ਅਮਰਜੀਤ ਸਿੰਘ, ਬਾਬਾ ਸ਼ੀਸ਼ਾ ਸਿੰਘ, ਭਾਈ ਹਰਬੰਸ ਸਿੰਘ ਅਤੇ ਹਰਚਰਨ ਸਿੰਘ ਲੰਡਨ ਵਿਖੇ। ਖਾਲਸਾ ਰਾਜ ਦੀ ਨਿਸ਼ਾਨੀ ਜਦੋਂ ਦਾਸ ਨੇ ਸੁਪਨ ਅਵਸਥਾ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਅਤੇ ਗੁਪਤ ਖਾਲਸੇ ਨੇ ਖਾਲਸੇ ਰਾਜ ਦੀ ਪ੍ਰਾਪਤੀ ਦਾ ਦ੍ਰਿਸ਼ ਦਿਖਾਇਆ। ਸਰਾਧਾਂ ਨੂੰ ਭੋਜਨ ਬਣਾ ਕੇ ਪਹਿਲਾਂ ਕਾਵਾਂ ਨੂੰ ਖਿਲਾਉਂਦੇ ਹਨ। ਇਹ 13 ਦਿਨ ਹੁੰਦੇ ਹਨ। ਜਦੋਂ ਸਰਾਧਾਂ ਦੇ ਦਿਨ ਆਏ, ਮੇਰੀ ਮਾਤਾ ਜੀ ਨੇ ਚੰਗੇ ਭੋਜਨ ਬਣਾ ਕੇ ਪੱਤਿਆਂ ਤੇ ਪਰੋਸ ਕੇ ਮੈਨੂੰ ਕਿਹਾ, ਕੋਠੇ ਤੇ ਲੈ ਜਾ ਤੇ ਕੋਲ ਬੈਠਾ ਰਹੀਂ। ਇੱਕ ਸੋਟੀ ਵੀ ਦੇ ਦਿੱਤੀ ਕਿ ਇਹ ਭੋਜਨ ਸਿਰਫ ਕਾਵਾਂ ਨੂੰ ਹੀ ਖਿਲਾਉਣਾ ਹੈ, ਹੋਰ ਕੋਈ ਜਾਨਵਰ ਜੂਠਾ ਨਾ ਕਰੇ, ਫਿਰ ਤੈਨੂੰ ਖਾਣ ਵਾਸਤੇ ਮਿਲੇਗਾ। ਉਹਨਾਂ ਦਾ ਵਿਸ਼ਵਾਸ ਸੀ ਕਿ ਅਗਰ ਪਹਿਲਾਂ ਕਾਂ ਖਾ ਲੈਣਗੇ ਤਾਂ ਭੋਜਨ ਪਿੱਤਰਾਂ ਨੂੰ ਪਹੁੰਚ ਜਾਵੇਗਾ, ਕਿਉਂਕਿ ਕਾਂ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਇਸ ਕਰਕੇ ਇਹਨਾਂ ਨੂੰ ਭੋਜਨ ਦਿੱਤਾ ਜਾਂਦਾ ਹੈ। 1-2 ਦਿਨ ਤਾਂ ਕਾਂ ਭੋਜਨ ਛੇਤੀ ਖਾ ਗਏ। ਤੀਜੇ ਦਿਨ ਕੋਈ ਨਾ ਆਇਆ, ਕਿਉਂਕਿ ਘਰ ਤਾਂ ਕੋਠੇ ਉੱਪਰ ਕਾਵਾਂ ਵਾਸਤੇ ਖਾਣਾ ਰੱਖਿਆ ਹੋਇਆ ਸੀ। ਦਿਨ ਵੱਡਾ ਹੁੰਦਾ ਗਿਆ। ਧੁੱਪੇ ਬੈਠੇ ਮੈਨੂੰ ਭੁੱਖ ਲੱਗਣ ਲੱਗੀ। ਮੈਂ ਸੋਚਿਆ ਕਿੰਨੀ ਕੁ ਦੇਰ ਹੋਰ ਉਡੀਕ ਕਰਾਂ, ਪਤਾ ਨਹੀਂ ਕਾਵਾਂ ਨੇ ਆਉਣਾ ਹੈ ਕਿ ਨਹੀਂ। ਮੈਂ ਸਾਰਾ ਭੋਜਨ ਆਪ ਹੀ ਖਾ ਲਿਆ ਅਤੇ ਸੋਚਿਆ ਇਹ ਕਿੱਡਾ ਵੱਡਾ ਵਹਿਮ ਹੈ। ਕਾਵਾਂ ਦਾ ਖਾਧਾ ਹੋਇਆ ਪਿੱਤਰਾਂ ਨੂੰ ਪਹੁੰਚ ਜਾਏਗਾ। ਪਿੱਤਰਾਂ ਦਾ ਪਤਾ ਨਹੀਂ ਕਿਹੜੀ ਜੂਨ ਵਿੱਚ ਫਿਰਦੇ ਹੋਣਗੇ। ਹਾਂ, ਪਰ ਕਾਵਾਂ, ਕੁੱਤਿਆਂ ਆਦਿ ਦਾ ਰੱਜ ਜ਼ਰੂਰ ਇਸ ਵਹਿਮ ਭਰੇ ਕਰਮਕਾਂਡ ਕਰਕੇ ਹੋ ਜਾਂਦਾ ਹੈ। ਜਿਵੇਂ ਕਬੀਰ ਜੀ ਫਰਮਾਉਂਦੇ ਹਨ, ਕਊਆ ਕਹਾਂ ਕਪੂਰ ਚਰਾਏ, ਕਹਿ ਬਿਸਿਅਰ ਕੋ ਦੂਧ ਪਿਆਏ। ਭਗਤ ਕਬੀਰ ਜੀ, ਪੰਨਾ ਨੰਬਰ 481। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਵ। ਨਾਨਕ ਮਨ ਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਮਾਝ ਮਹੱਲਾ ਪਹਿਲਾ, ਪੰਨਾ ਨੰਬਰ 138। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਮਰ ਚੁੱਕੇ ਪ੍ਰਾਣੀ ਨੂੰ ਇਸ ਤਰ੍ਹਾਂ ਕੁਝ ਨਹੀਂ ਮਿਲਦਾ। ਇਸ ਤਰ੍ਹਾਂ ਸਰਾਧ ਤਾਂ ਭੁੱਲੇ ਹੋਏ ਲੋਕ ਹੀ ਕਰਾਉਂਦੇ ਹਨ। ਇਸ ਤਰ੍ਹਾਂ ਕਬੀਰ ਜੀ ਫਰਮਾਉਂਦੇ ਹਨ, ਜੀਵਤ ਪਿਤਰ ਨ ਮਾਨੈ ਕੋ, ਮੁਏ ਸਰਾਧ ਕਰਾਹੀ। ਪਿਤਰ ਭੀ ਬਪਰੇ ਕਉ ਕਿਉ ਪਾਵਹਿ, ਕਊਆ ਕੂਕਰ ਖਾਹੀ। ਗੌੜੀ ਬੈਰਾਗਣ ਕਬੀਰ ਜੀ, ਪੰਨਾ ਨੰਬਰ 332। ਇਸ ਦਾ ਭਾਵ ਲੋਕ ਜਿਉਂਦੇ ਮਾਪਿਆਂ ਦੀ ਸੇਵਾ ਨਹੀਂ ਕਰਦੇ, ਰੋਟੀ ਕੱਪੜਾ ਵੀ ਤਰਸਾ ਕੇ ਦਿੰਦੇ ਹਨ, ਆਸ ਕਰਦੇ ਹਨ ਕਿ ਛੇਤੀ ਮਰ ਜਾਣ। ਜਦੋਂ ਉਹ ਮਰ ਜਾਂਦੇ ਹਨ ਤਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਰਾਧ ਕਰਦੇ ਹਨ। ਉਹ ਸਰਾਧ ਕੀਤੇ ਦਾ ਕੀ ਫਲ ਜੋ ਉਹਨਾਂ ਨੂੰ ਮਿਲਣਾ ਹੀ ਨਹੀਂ। ਇਹ ਤਾਂ ਕਾਂ ਕੁੱਤੇ ਹੀ ਖਾ ਜਾਂਦੇ ਹਨ। ਇਸੇ ਤਰ੍ਹਾਂ ਲਾਹੌਰ ਦਾ ਦੁਨੀ ਚੰਦ ਹਰ ਸਾਲ ਸਰਾਧ ਕਰਾਉਂਦਾ ਸੀ। ਇੱਕ ਦਿਨ ਸਰਾਧ ਵਾਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਹਾਜ਼ਰ ਸਨ। ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਤੇਰਾ ਪਿਤਾ 3 ਦਿਨਾਂ ਤੋਂ ਭੁੱਖਾ ਬੈਠਾ ਹੈ, ਉਸ ਨੂੰ ਇਸ ਖਾਣੇ ਦਾ ਕੋਈ ਫਲ ਨਹੀਂ ਮਿਲਿਆ। ਦੁਨੀ ਚੰਦ ਨੇ ਪੁੱਛਿਆ, ਮੇਰਾ ਪਿਤਾ ਇਸ ਵੇਲੇ ਕਿੱਥੇ ਹੈ? ਗੁਰੂ ਜੀ ਨੇ ਦੱਸਿਆ,
ਦੁਨੀਚੰਦ, ਉਹ ਇੱਥੋਂ 5 ਕੋਹਾਂ ਤੇ ਜੰਗਲ ਵਿੱਚ ਬਗਿਆੜ ਦੇ ਰੂਪ ਵਿੱਚ ਬੈਠਾ ਹੈ। ਤੂੰ ਉੱਥੇ ਪ੍ਰਸ਼ਾਦ ਲੈ ਕੇ ਜਾ, ਪਰ ਡਰੀ ਨਾ, ਅਤੇ ਤੇਰੇ ਜਾਣ ਨਾਲ ਉਸ ਦੀ ਮਨੁੱਖੀ ਬੁੱਧੀ ਹੋ ਜਾਵੇਗੀ ਅਤੇ ਪ੍ਰਸ਼ਾਦ ਲੈ ਕੇ ਖਾਵੇਗਾ। ਦੁਨੀਚੰਦ ਜੰਗਲ ਵਿੱਚ ਗਿਆ ਤੇ ਦੇਖਿਆ ਕਿ ਉਹ ਵਿਆਕੁਲ ਹੋਇਆ ਬੈਠਿਆ ਹੈ। ਉਸਨੇ ਉਸ ਦੇ ਅੱਗੇ ਪ੍ਰਸ਼ਾਦ ਰੱਖਿਆ ਤੇ ਉਸ ਦੀ ਮਨੁੱਖੀ ਬੁੱਧੀ ਹੋ ਗਈ। ਦੁਨੀਚੰਦ ਨੇ ਕਿਹਾ, ਤੁਸੀਂ ਤਾਂ ਬਹੁਤ ਉੱਤਮ ਤੇ ਭਲੇ ਪੁਰਸ਼ ਸੀ, ਇਹ ਬਗਿਆੜ ਦੀ ਜੂਨ ਤੁਹਾਨੂੰ ਕਿਉਂ ਮਿਲੀ? ਦੁਨੀਚੰਦ ਦੇ ਪਿਤਾ ਨੇ ਕਿਹਾ, ਮੈਨੂੰ ਪੂਰਾ ਗੁਰੂ ਨਹੀਂ ਮਿਲਿਆ, ਇਸ ਕਰਕੇ ਮੇਰੀ ਇਹ ਦਸ਼ਾ ਹੋਈ ਹੈ। ਅਤੇ ਜਦੋਂ ਮੇਰਾ ਅੰਤ ਸਮਾਂ ਆਇਆ, ਸਾਡੇ ਗੁਆਂਢ ਵਿੱਚ ਕਿਸੇ ਨੇ ਮਾਂਸ ਰਿੰਨ੍ਹਿਆ ਸੀ। ਉਸ ਦੀ ਵਾਸ਼ਨਾ ਮੇਰੇ ਤੱਕ ਪਹੁੰਚੀ ਤੇ ਮੇਰਾ ਮਨ ਵੀ ਮਾਂਸ ਖਾਣ ਨੂੰ ਲੋਚਿਆ, ਅਤੇ ਅੰਤ ਵੇਲੇ ਮੇਰੀ ਮਾਂਸ ਵਿੱਚ ਸੁਰਤੀ ਹੋਣ ਕਰਕੇ ਮੈਨੂੰ ਬਗਿਆੜ ਦੀ ਜੂਨ ਮਿਲੀ ਹੈ। ਦੁਨੀਚੰਦ ਦੇ ਪ੍ਰਸ਼ਾਦ ਦੇਣ ਨਾਲ ਉਸ ਨੂੰ ਬਗਿਆੜ ਦੀ ਜੂਨ ਤੋਂ ਛੁਟਕਾਰਾ ਮਿਲ ਗਿਆ। ਦੁਨੀਚੰਦ ਨੇ ਘਰ ਆ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ, ਗੁਰੂ ਜੀ ਮੇਰੇ ਤੇ ਕਿਰਪਾ ਕਰੋ ਤਾਂ ਕਿ ਮੇਰਾ ਲੋਕ ਪਰਲੋਕ ਦਾ ਸੁਧਾਰ ਹੋ ਜਾਵੇ। ਗੁਰੂ ਜੀ ਨੇ ਨਾਮਦਾਨ ਬਖਸ਼ ਕੇ ਉਸ ਨੂੰ ਨਿਹਾਲ ਕੀਤਾ। ਨਾਗ ਪੰਚਮੀ। ਛੋਟੀ ਉਮਰ ਵਿੱਚ ਹੋਰਨਾਂ ਕਰਮਕਾਂਡਾਂ ਦੇ ਨਾਲ-ਨਾਲ ਦਾਸ ਨੂੰ ਨਾਗ ਪੰਚਮੀ ਬਾਰੇ ਵੀ ਪਤਾ ਲੱਗਾ। ਨਾਗ ਪੰਚਮੀ ਨੂੰ ਨਾਗ ਦੀ ਪੂਜਾ ਹੁੰਦੀ ਹੈ। ਉਸ ਦਿਨ ਮਾਤਾ ਜੀ ਨੇ ਕਿਹਾ, ਜਾ ਬਾਜ਼ਾਰ ਤੋਂ ਜਾ ਕੇ ਨਾਗ ਭਗਵਾਨ ਦੀ ਫੋਟੋ ਲੈ ਕੇ ਆ। ਉਸ ਨੇ ਮੈਨੂੰ ਇੱਕ ਆਨਾ ਦਿੱਤਾ। ਸਾਰੀਆਂ ਦੁਕਾਨਾਂ ਤੋਂ ਫੋਟੋ ਵਿਕ ਚੁੱਕੀਆਂ ਸਨ। ਮੈਂ ਘਰ ਆ ਕੇ ਮਾਤਾ ਜੀ ਨੂੰ ਦੱਸਿਆ ਕਿ ਮੈਨੂੰ ਫੋਟੋ ਨਹੀਂ ਮਿਲੀ। ਮੇਰੀ ਮਾਤਾ ਜੀ ਬਹੁਤ ਗੁੱਸੇ ਹੋਈ ਅਤੇ ਬੋਲੀ, ਕਿਤੋਂ ਨਾ ਕਿਤੋਂ ਜ਼ਰੂਰ ਲੈ ਕੇ ਆ। ਮੈਂ ਸੋਚਿਆ, ਹੁਣ ਮੈਂ ਕਿੱਥੋਂ ਲੈ ਕੇ ਆਵਾਂ? ਸੋਚਦਾ ਮੈਂ ਬਾਹਰ ਨਿਕਲ ਗਿਆ। ਥੋੜੀ ਦੂਰ ਜਾ ਕੇ ਮੇਰਾ ਮਿੱਤਰ ਮਿਲਿਆ। ਮੈਨੂੰ ਪੁੱਛਣ ਲੱਗਾ, ਯਾਰ ਕੀ ਗੱਲ, ਤੂੰ ਬੜਾ ਉਦਾਸ ਦਿਖਦਾ ਹੈ? ਮੈਂ ਕਿਹਾ, ਯਾਰ ਮੇਰੀ ਮਾਤਾ ਜੀ ਨੇ ਮੈਨੂੰ ਨਾਗ ਦੇਵਤਾ ਦੀ ਫੋਟੋ ਲੈਣ ਵਾਸਤੇ ਭੇਜਿਆ ਸੀ। ਫੋਟੋ ਸਾਰੇ ਵਿਕ ਗਏ, ਹੁਣ ਮੈਂ ਕਿੱਥੋਂ ਲਿਆਵਾਂ? ਮੇਰੇ ਦੋਸਤ ਨੇ ਕਿਹਾ, ਫਿਕਰ ਨਾ ਕਰ, ਮੈਨੂੰ ਦੁਕਾਨਦਾਰ ਨੇ ਭੁਲੇਖੇ ਨਾਲ ਇੱਕ ਦੀ ਬਜਾਏ 2 ਦੇ ਦਿੱਤੇ ਹਨ। ਇੱਕ ਮੈਂ ਤੈਨੂੰ ਦੇ ਦਿੰਦਾ ਹਾਂ। ਮੈਂ ਲਿਆ ਕੇ ਮਾਂ ਜੀ ਨੂੰ ਦਿੱਤੀ। ਉਸ ਦਿਨ ਮਾਤਾ ਜੀ ਨੇ ਬਹੁਤ ਅੱਛੇ ਖਾਣੇ ਬਣਾਏ। ਨਾਗ ਦੀ ਫੋਟੋ ਅੱਗੇ ਖਾਣੇ ਬਣਾ ਕੇ ਰੱਖ ਦਿੱਤੇ ਤੇ ਪ੍ਰਾਰਥਨਾ ਕਰਨ ਲੱਗੀ, ਹੇ ਨਾਗ ਦੇਵਤਾ, ਸਾਡੀ ਹਮੇਸ਼ਾ ਰੱਖਿਆ ਕਰਨੀ, ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਣੀ। ਮੈਂ ਸੋਚਿਆ, ਨਾਗ ਕਿਸੇ ਦੀ ਕੀ ਰੱਖਿਆ ਕਰ ਸਕਦਾ ਹੈ? ਉਸ ਦੇ ਅੰਦਰ ਤਾਂ ਜ਼ਹਿਰ ਹੀ ਜ਼ਹਿਰ ਹੁੰਦੀ ਹੈ ਅਤੇ ਡੰਗ ਹੀ ਮਾਰਦਾ ਹੈ। ਇਹ ਵੀ ਮੈਂ ਵਹਿਮ ਹੀ ਸਮਝਿਆ। ਨਾਗ ਕੋਲੋਂ ਕੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ? ਮਨਮੁਖ ਮਨ ਨਾ ਭਿਜਈ, ਅਤ ਮੈਲੇ ਚਿਤ ਕਠੋਰ, ਸੱਪੈ ਦੁੱਧ ਪਿਆਈਐ, ਅੰਦਰ ਵਿਸ ਨਿਕੋਰ। ਸੂਹੀ ਮਹੱਲਾ ਤੀਜਾ, ਪੰਨਾ ਨੰਬਰ 755। ਕੁਦਰਤੀ ਕੁਝ ਦੇਰ ਬਾਅਦ ਇੱਕ ਸੱਪ ਕਿਤਿਓਂ ਨਿਕਲ ਆਇਆ ਤੇ ਅਸੀਂ ਸਾਰੇ ਸਹਿਮ ਗਏ ਕਿ ਹੁਣ ਕੀ ਕਰੀਏ। ਜਿਸ ਨਾਗ ਭਗਵਾਨ ਦੀ ਕੁਝ ਦੇਰ ਪਹਿਲਾਂ ਪੂਜਾ ਹੁੰਦੀ ਸੀ, ਉਸ ਤੋਂ ਰੱਖਿਆ ਤੇ ਕੀ, ਸਗੋਂ ਸਭ ਦੀ ਜਾਨ ਨੂੰ ਖਤਰਾ ਆ ਗਿਆ। ਪਿਤਾ ਜੀ ਨੇ ਹੌਸਲਾ ਕਰਕੇ ਇੱਕ ਡੰਡਾ ਲੈ ਕੇ ਉਸ ਦੇ ਸਿਰ ਨੂੰ ਫੇਕੇ ਹੀ ਉਸ ਦੀ ਪੂਜਾ ਸਿਰੇ ਚੜਾਈ। ਦਾਸ ਨੂੰ ਸਿੱਖਿਆ ਮਿਲ ਗਈ, ਭਾਵ ਐਸੀ ਵਹਿਮ ਭਰੀ ਪੂਜਾ ਤੋਂ ਛੁਟਕਾਰਾ ਮਿਲ ਗਿਆ। ਕਾਲੀ ਮਾਈ ਦੀ ਪੂਜਾ। ਸਾਡੇ ਪਿੰਡ ਤੋਂ 5-6 ਮੀਲ ਦੂਰ ਕਾਲੀ ਮਾਈ ਦੇ ਮੰਦਿਰ ਤੇ ਹਰ ਸਾਲ ਮੇਲਾ ਲੱਗਦਾ ਹੈ। ਉਸ ਜਗ੍ਹਾ ਤੇ ਜਾਣ ਲਈ ਲੋਕ ਜਲੂਸ ਦੀ ਸ਼ਕਲ ਵਿੱਚ ਜਾਂਦੇ ਹਨ। ਸਭ ਤੋਂ ਮੋਹਰੇ ਕਾਲੀ ਮਾਈ ਦਾ ਝੰਡਾ ਕਾਲੇ ਰੰਗ ਦਾ ਹੁੰਦਾ ਹੈ। ਇਸ ਦੇ ਪਿੱਛੇ ਸਾਰੇ ਇੱਕ ਜੱਥੇ ਦੇ ਰੂਪ ਵਿੱਚ ਚੱਲਦੇ ਹਨ। ਮੰਦਿਰ ਤੋਂ ਥੋੜੀ ਦੂਰ ਪਹਿਲਾਂ ਜੱਥੇ ਰੁਕ ਜਾਂਦੇ ਹਨ। ਕਾਲੀ ਮਾਈ ਨੂੰ ਖੁਸ਼ ਕਰਨ ਲਈ ਕਈ ਲੋਕ ਆਪਣੇ ਗਲੇ ਵਿੱਚ ਸੂਏ ਲਾਉਂਦੇ ਹਨ। ਕਈ ਵਿਅਕਤੀ 2-2 ਸੂਏ ਲਾਉਂਦੇ ਹਨ। ਕਈ ਆਦਮੀ ਆਪਣਾ ਗੁਨਾਹ ਬਖਸ਼ਾਉਣ ਵਾਸਤੇ ਆਪਣੇ ਆਪ ਨੂੰ ਸਜ਼ਾ ਦਿੰਦੇ ਹਨ। ਜਿਵੇਂ ਕਿਸੇ ਨੇ ਚੋਰੀ ਕੀਤੀ ਹੋਵੇ ਜਾਂ ਕੋਈ ਗੁਨਾਹ ਕੀਤਾ ਹੋਵੇ ਤਾਂ ਬਖਸ਼ਾਉਣ ਵਾਸਤੇ ਆਪਣੀ ਪਿੱਠ ਤੇ ਆਪ ਹੀ ਸੰਗਲ ਮਾਰਦੇ ਹਨ ਕਿ ਕਾਲੀ ਮਾਈ ਆਪ ਹੀ ਮੁਕਤੀ ਦੇ ਦੇਵੇ। ਇੱਕ ਸਾਧੂ ਰੱਥ ਉੱਪਰ ਸੂਲਾਂ ਦੇ ਮੰਜੇ ਤੇ ਲੰਮਾ ਪਿਆ ਸੀ। ਲੋਕੀ ਹੈਰਾਨ ਹੁੰਦੇ ਸਨ ਕਿ ਇਸ ਦੇ ਸੂਲਾਂ ਚੁੱਭਦੀਆਂ ਨਹੀਂ। ਉਹ ਕਹਿੰਦਾ, ਮੇਰੇ ਉੱਪਰ ਕਾਲੀ ਮਾਈ ਦੀ ਅਪਾਰ ਕਿਰਪਾ ਹੈ, ਇਸ ਲਈ ਮੇਰੇ ਕੰਡੇ ਨਹੀਂ ਚੁੱਭਦੇ। ਫਿਰ ਬੀਬੀਆਂ ਦਾ ਜੱਥਾ ਹੁੰਦਾ ਹੈ। ਜਿਨ੍ਹਾਂ ਬੀਬੀਆਂ ਦੇ ਬੱਚਾ ਨਹੀਂ ਹੁੰਦਾ, ਉਹ ਮਿੱਟੀ ਦਾ ਬੱਚਾ ਬਣਾ ਕੇ ਗੋਦੀ ਵਿੱਚ ਰੱਖ ਲੈਂਦੀਆਂ ਹਨ ਤੇ ਕਾਲੀ ਮਾਈ ਅੱਗੇ ਅਰਜ਼ੋਈ ਕਰਦੀਆਂ ਹਨ ਕਿ ਸਾਨੂੰ ਵੀ ਬੱਚਾ ਦੇ। ਸਾਰੇ ਲੋਕ ਉੱਚੀ ਉੱਚੀ ਬੋਲਦੇ ਹਨ, ਕਾਲੀ ਮਾਈ ਦੀ ਜੈ ਹੋ। ਇੰਨੇ ਨੂੰ ਇੱਕ ਗੋਰਾ ਫੋਟੋ ਲੈਣ ਆ ਗਿਆ। ਉਸਨੇ ਦੇਖਿਆ ਜਲੂਸ ਅਜੀਬ ਢੰਗ ਦਾ ਹੈ। ਕਿਸੇ ਨੇ ਸੂਏ ਲਾਏ ਹੋਏ ਹਨ, ਕੋਈ ਕੰਡਿਆਂ ਉੱਪਰ ਪਿਆ ਹੈ, ਕੋਈ ਗੱਤਕਾ ਖੇਡਦੇ ਹਨ, ਕੋਈ ਆਪਣੇ ਆਪ ਨੂੰ ਸੰਗਲ ਮਾਰ ਰਿਹਾ ਹੈ। ਉਹ ਬਹੁਤ ਹੈਰਾਨ ਹੋਇਆ।
ਫਿਰ ਉਸਨੇ ਅੰਗਰੇਜ਼ੀ ਬੋਲਣ ਵਾਲਾ ਲੱਭਿਆ। ਉਸਨੇ ਗੋਰੇ ਨੂੰ ਸਮਝਾਇਆ ਕਿ ਇਹ ਸਾਰੇ ਲੋਕ ਕਾਲੀ ਮਾਈ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਹਨ। ਉਹ ਬਹੁਤ ਹੈਰਾਨ ਸੀ ਕਿ ਕਿਸ ਤਰ੍ਹਾਂ ਲੋਕ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਹਨ। ਮੇਰੇ ਮਨ ਤੇ ਵੀ ਇਸ ਦਾ ਬਹੁਤ ਅਸਰ ਹੋਇਆ ਕਿ ਕੋਈ ਨੇਕ ਕੰਮ ਕਰਨ ਦੀ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਥਾਂ ਇਹ ਕੀ ਖੋਖੇ ਕਰਮ ਕਰ ਰਹੇ ਹਨ। ਇਹਨਾਂ ਪਖੰਡਾਂ ਬਾਰੇ ਗੁਰਬਾਣੀ ਨੇ ਵੀ ਠੀਕ ਹੀ ਰੋਸ਼ਨੀ ਪਾਈ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੇ। ਸੂਹੀ ਮਹੱਲਾ ਪੰਜਵਾਂ, ਪੰਨਾ ਨੰਬਰ 747। ਪਰਮਾਤਮਾ ਦੇ ਨਾਮ ਬਿਨਾ ਮੁਕਤੀ ਨਹੀਂ ਮਿਲਦੀ। ਨਾਮ ਜਪਣਾ ਅਤੀ ਜ਼ਰੂਰੀ ਹੈ। ਮੱਥਾ ਟੇਕਣ ਦਾ ਫਲ। ਮੇਰੀ ਉਮਰ 15 ਕੁ ਸਾਲ ਦੀ ਸੀ ਜਦੋਂ ਮੈਂ ਸਕੂਲ ਜਾਣਾ ਤਾਂ ਕਈ ਬੀਬੀਆਂ ਤੇ ਸਿਆਣੇ ਬੰਦਿਆਂ ਨੇ ਮੈਨੂੰ ਕਹਿਣਾ, ਪੰਡਿਤ ਜੀ ਪੈਰੀ ਪੈਣਾ। ਲੋਕਾਂ ਦੇ ਇਹੋ ਜਿਹੇ ਬਚਨ ਸੁਣ ਕੇ ਮੈਨੂੰ ਸ਼ਰਮ ਜਿਹੀ ਮਹਿਸੂਸ ਹੁੰਦੀ ਸੀ। ਮੈਂ ਸੋਚਿਆ ਇਸ ਤਰ੍ਹਾਂ ਕਹਿਣ ਦਾ ਇਹਨਾਂ ਨੂੰ ਕੀ ਫਾਇਦਾ ਹੋਵੇਗਾ। ਇੱਕ ਦਿਨ ਮੈਂ ਪਿਤਾ ਜੀ ਨੂੰ ਪੁੱਛਿਆ, ਇਹ ਲੋਕ ਇਸ ਤਰ੍ਹਾਂ ਕਿਉਂ ਕਰਦੇ ਹਨ? ਪਿਤਾ ਜੀ ਨੇ ਜਵਾਬ ਦਿੱਤਾ, ਅਸੀਂ ਉੱਚੀ ਕੁਲ ਵਿੱਚ ਜਨਮ ਲਿਆ ਹੈ ਤਾਂ ਲੋਕੀ ਸਮਝਦੇ ਹਨ ਕਿ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸ਼ਾਇਦ ਸਾਡਾ ਵੀ ਭਲਾ ਹੋ ਜਾਵੇ। ਹਿੰਦੂ ਧਰਮ ਵਿੱਚ ਯੋਗੀ, ਸੰਨਿਆਸੀ, ਰਿਸ਼ੀ ਮੁਨੀ ਸਾਰੇ ਹੀ ਮੱਥਾ ਟਿਕਾਉਂਦੇ ਹਨ ਤੇ ਇਹ ਰੀਤ ਚੱਲੀ ਆ ਰਹੀ ਹੈ। ਦੂਸਰੀਆਂ ਜਾਤਾਂ ਵਾਲੇ ਪੰਡਤਾਂ ਦੀ ਉੱਚੀ ਜਾਤ ਸਮਝ ਕੇ ਸ਼ਾਦੀ ਵਿਆਹ ਜਾਂ ਕੋਈ ਹੋਰ ਰਸਮ ਕਰਨੀ ਹੋਵੇ ਤਾਂ ਪੰਡਤਾਂ ਨੂੰ ਹੀ ਬੁਲਾਉਂਦੇ ਹਨ। ਪੰਡਤਾਂ ਦੀ ਵੀ ਇਹ ਇੱਕ ਕਿਸਮ ਦੀ ਕਿਰਤ ਹੈ। ਪੰਡਤਾਂ ਨੂੰ ਦਾਨ ਦੇ ਕੇ ਲੋਕ ਬਹੁਤ ਖੁਸ਼ ਹੁੰਦੇ ਹਨ। ਮੈਂ ਪਿਤਾ ਜੀ ਤੋਂ ਪੁੱਛਿਆ, ਜਦੋਂ ਉਹ ਇਸ ਤਰ੍ਹਾਂ ਕਹਿੰਦੇ ਹਨ ਤਾਂ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ? ਤਾਂ ਪਿਤਾ ਜੀ ਨੇ ਕਿਹਾ, ਤੂੰ ਕਹਿ ਦਿਆ ਕਰ ਸੁਖੀ ਵਸੋ। ਫਿਰ ਮੈਂ ਪੁੱਛਿਆ, ਇਸ ਤਰ੍ਹਾਂ ਕਹਿਣ ਨਾਲ ਕੀ ਉਹਨਾਂ ਨੂੰ ਕੁਝ ਫਲ ਮਿਲੇਗਾ? ਪਿਤਾ ਜੀ ਨੇ ਕਿਹਾ, ਇਹ ਤਾਂ ਈਸ਼ਵਰ ਹੀ ਜਾਣਦਾ ਹੈ, ਫਲ ਮਿਲੇ ਜਾਂ ਨਾ ਮਿਲੇ, ਅਸੀਂ ਤਾਂ ਆਪਣੀ ਪੂਜਾ ਕਰਵਾਉਣੀ ਹੈ। ਇਹ ਗੱਲਾਂ ਸੁਣ ਕੇ ਪਿਤਾ ਜੀ ਬਹੁਤ ਹੈਰਾਨ ਹੋਏ ਤੇ ਕਿਹਾ, ਐਸੀਆਂ ਗੱਲਾਂ ਤੈਨੂੰ ਕਿੱਥੋਂ ਸੁੱਝਦੀਆਂ ਹਨ? ਕਦੀ ਤੂੰ ਕਹਿੰਦਾ ਹੈ ਮੱਥੇ ਤੇ ਤਿਲਕ ਕਿਉਂ ਲਗਾਉਂਦੇ ਹੋ, ਕਦੀ ਤੂੰ ਕਹਿੰਦਾ ਹੈ ਜਨੇਊ ਕਿਉਂ ਪਹਿਨਦੇ ਹੋ, ਕਦੀ ਕਹਿੰਦਾ ਹੈ ਬੋਦੀ ਕਿਉਂ ਰੱਖਦੇ ਹੋ। ਤੇ ਕਹਿਣ ਲੱਗੇ, ਇਹ ਤਾਂ ਸਾਡਾ ਧਰਮ ਹੈ, ਤੂੰ ਨੁਕਤਾਚੀਨੀ ਕਿਉਂ ਕਰਦਾ ਹੈ? ਤੈਨੂੰ ਧਰਮ ਬਾਰੇ ਕੋਈ ਪਤਾ ਨਹੀਂ। ਵੱਡਾ ਹੋ ਕੇ ਪਤਾ ਲੱਗੇਗਾ ਕਿ ਹਿੰਦੂ ਧਰਮ ਕਿਤਨਾ ਉੱਚਾ ਹੈ। ਪਰ ਕਿਸੇ ਧਰਮ ਦੇ ਉੱਚਾ ਹੋਣ ਬਾਰੇ ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੁਖਮਨੀ ਸਾਹਿਬ। ਇਸ ਕਲਯੁਗ ਵਿੱਚ ਪੂਰੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਮਹਾਰਾਜ ਜੀ ਨੂੰ ਮੱਥਾ ਟੇਕਣ ਨਾਲ ਪ੍ਰਾਣੀ ਦੇ ਜਨਮ ਦੇ ਪਾਪ ਮਿਟ ਜਾਂਦੇ ਹਨ, ਪਰ ਬੰਦੇ ਨੂੰ ਮੱਥਾ ਟੇਕਣ ਦਾ ਕੀ ਫਲ ਮਿਲੇਗਾ? ਅੰਤ ਸਮੇਂ ਦਾ ਸੀਨ। ਸਾਡੇ ਪਿੰਡ ਇੱਕ ਹੀਰਾਨਾਥ ਨਾਂ ਦਾ ਬੰਦਾ ਰਹਿੰਦਾ ਸੀ। ਉਸ ਨੇ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ। ਉਸ ਦਾ ਕੰਮ ਆਪਣੇ ਸਾਥੀਆਂ ਨਾਲ ਸ਼ਿਕਾਰ ਕਰਨਾ ਤੇ ਸ਼ਰਾਬ ਕੱਢ ਕੇ ਪੀਣਾ ਸੀ। ਉਹ ਜੰਗਲੀ ਜਾਨਵਰ, ਕਬੂਤਰ, ਹਿਰਨ, ਸੂਰ ਤੇ ਮੁਰਗਿਆਂ ਆਦਿਕ ਦਾ ਸ਼ਿਕਾਰ ਕਰਦਾ ਤੇ ਉਹੀ ਖਾਂਦਾ ਸੀ। ਸ਼ਰਾਬ ਇਤਨੀ ਪੀਂਦਾ ਸੀ ਕਿ ਉਸ ਦੇ ਗੁਰਦੇ ਖਰਾਬ ਹੋ ਗਏ। ਜਦ ਉਸ ਦਾ ਅੰਤ ਵੇਲਾ ਆਇਆ ਤਾਂ ਉਸ ਦੀ ਜਾਨ ਨਹੀਂ ਨਿਕਲਦੀ ਸੀ। ਉਹ ਦੁਹਾਈ ਪਾਉਂਦਾ ਕਿ ਮੈਨੂੰ ਹਿਰਨ ਸਿੰਘ ਅਤੇ ਮੁਰਗੇ ਚੁੰਝਾ ਮਾਰਦੇ ਹਨ। ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਹੀਰੇਨਾਥ ਦੀ ਜਾਨ ਨਹੀਂ ਨਿਕਲਦੀ। ਇਹ ਸੁਣ ਕੇ ਮੈਂ ਵੀ ਉਸ ਨੂੰ ਦੇਖਣ ਗਿਆ। ਉਸ ਨੂੰ ਚੀਕਾਂ ਮਾਰਦੇ ਸੁਣ ਕੇ ਮੈਂ ਸੋਚਣ ਲੱਗ ਪਿਆ ਕਿ ਮਾੜੇ ਕੰਮ ਕਰਨ ਦਾ ਇਹ ਨਤੀਜਾ ਨਿਕਲਦਾ ਹੈ। ਅੱਗੇ ਜਾ ਕੇ ਇਸ ਦਾ ਕੀ ਹਾਲ ਹੋਵੇਗਾ? ਐਸੇ ਬੰਦੇ ਨੂੰ ਤਾਂ 84 ਲੱਖ ਜੂਨ ਭੁਗਤਣੀ ਹੀ ਪਵੇਗੀ। ਇਹ ਭਿਆਨਕ ਸੀਨ ਦੇਖ ਕੇ ਮੈਂ ਬਹੁਤ ਉਦਾਸ ਹੋ ਗਿਆ। ਸਿੱਧਾ ਹਰਿਦੁਆਰ ਪਹੁੰਚ ਗਿਆ। ਮੈਂ ਕਿਹਾ, ਨੇੜੇ ਰਿਹਾ ਤੇ ਮਾਂ-ਬਾਪ ਲੱਭ ਲੈਣਗੇ ਤੇ ਸ਼ਾਦੀ ਕਰ ਦੇਣਗੇ, ਕਿਉਂਕਿ ਮੇਰੀ ਉਮਰ 22 ਸਾਲ ਦੀ ਹੋ ਗਈ ਸੀ। 2 ਰਿਸ਼ਤੇ ਵੀ ਆ ਚੁੱਕੇ ਸਨ। ਇੱਕ ਦਾ ਗੋਤ ਮਿਲਦਾ ਸੀ ਤੇ ਦੂਜੀ ਸਾਡੇ ਪਸੰਦ ਨਹੀਂ ਸੀ। ਮੈਂ ਸੋਚਿਆ, ਜੇ ਗ੍ਰਸਤੀ ਜੀਵਨ ਵਿੱਚ ਪੈ ਗਿਆ ਤਾਂ ਭਗਤੀ ਤੋਂ ਦੂਰ ਹੋ ਜਾਵਾਂਗਾ। ਇਸ ਮੰਤਵ ਨਾਲ ਮੈਂ ਸਿੱਧਾ ਹਰਿਦੁਆਰ ਪਹੁੰਚ ਗਿਆ।